ਸ਼ਲੋਕ ਮਹੱਲਾ ਪਹਿਲਾ। ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਐ ਸਾਥ। ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀ ਹੈ ਖਾਤ। ਪੜ੍ਹੀ ਹੈ ਜੇਤੇ ਬਰਸ ਬਰਸ, ਪੜ੍ਹੀ ਹੈ ਜੇਤੇ ਮਾਸ। ਪੜ੍ਹੀ ਹੈ ਜੇਤੀ ਆਰਜਾ, ਪੜ੍ਹੀ ਹੈ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਨਾ ਝਾਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਆਸਾ ਕੀ ਪਾਵਨ ਬਾਣੀ ਦੀ ਵਿਚਾਰ। ਆਪ ਜੀ ਨੇ ਜੋ ਅੰਮ੍ਰਿਤ ਬਚਨ ਸਰਵਣ ਕੀਤਾ ਹੈ, ਇਹ 9ਵੀਂ ਪੌੜੀ ਦੇ ਨਾਲ ਦਰਜ ਪਹਿਲਾ ਸ਼ਲੋਕ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ। ਇਸ ਸ਼ਲੋਕ ਦੇ ਵਿੱਚ ਸਤਿਗੁਰਾਂ ਨੇ ਗਿਆਨ ਦੀ ਗੱਲ, ਗਿਆਨੀ ਮਨੁੱਖ ਦੀ ਗੱਲ, ਉਹਦੀ ਵਿਦਵਤਾ ਦੀ, ਉਹਦੀ ਪੜ੍ਹਾਈ ਦੀ ਗੱਲ ਕੀਤੀ ਹੈ। ਇਸ ਪਹਿਲੇ 9ਵੀਂ ਪੌੜੀ ਦੇ ਨਾਲ 2 ਸ਼ਲੋਕ ਨੇ। ਦੋਵੇਂ ਹੀ ਬਾਹਰੀ ਭੇਖ ਨੂੰ ਲੈ ਕੇ ਸਤਿਗੁਰਾਂ ਨੇ ਅਖੀਰ 'ਤੇ ਇਹ ਗੱਲ ਕਹੀ ਕਿ ਭਲਿਆ, ਜੇ ਤੇਰੇ ਪੱਲੇ ਪਰਮਾਤਮਾ ਦਾ ਨਾਮ ਨਹੀਂ, ਸਿਮਰਨ ਨਹੀਂ, ਬੰਦਗੀ ਨਹੀਂ, ਤੂੰ ਉਹਦੇ ਦਰ 'ਤੇ ਕਬੂਲ ਨਹੀਂ ਹੋਵੇਗਾ। ਪੌੜੀ ਜਿਹੜੀ ਹੈ ਇਹਦੇ ਵਿੱਚ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਨਗੇ ਕਿ ਭਗਤ ਤੇਰੇ ਮਨ ਭਾਵੰਦੇ, ਦਰ ਸੋਹਣ ਕੀਰਤ ਗਾਵੰਦੇ। ਯਾਦ ਰੱਖਿਓ, ਉਹਦੇ ਦਰ 'ਤੇ ਕੌਣ ਗਾਉਂਦਾ ਹੈ? ਗਾਉਣ ਵਾਸਤੇ, ਉਹਨੂੰ ਪੁਕਾਰਨ ਵਾਸਤੇ, ਉਹਨੂੰ ਜਪਣ ਵਾਸਤੇ ਬਾਹਰੀ ਨੌਲੇਜ ਦੀ ਲੋੜ ਨਹੀਂ। ਇੱਥੇ ਤਾਂ ਗੁਰਮਤਿ ਦਾ ਸਿਧਾਂਤ ਹੈ ਕਿ ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਅੱਜ ਸਤਿਗੁਰੂ ਜੀ ਇਸੇ ਗੱਲ ਨੂੰ ਖੋਲ੍ਹਦੇ ਇਹ ਗੱਲ ਕਹਿ ਰਹੇ ਨੇ, ਭਲਿਆ ਜੇ ਤੇਰੇ ਕੋਲ ਬਾਹਰੀ ਵਿਦਵਤਾ ਹੈ, ਬਾਹਰੀ ਨੌਲੇਜ ਹੈ, ਤੇਰਾ ਅੰਦਰ ਜੇ ਬਾਹਰੀ ਨੌਲੇਜ ਦੇ ਨਾਲ ਭੇਜਦਾ ਨਹੀਂ, ਜੇ ਅੰਦਰ ਪ੍ਰਮਾਤਮਾ ਦਾ ਨਾਮ ਨਹੀਂ ਟਿਕਦਾ, ਤੇ ਯਾਦ ਰੱਖੀ ਜਿੰਨਾ ਵੀ ਤੂੰ ਗਿਆਨ ਇਕੱਠਾ ਕੀਤਾ ਹੋਇਆ ਸਾਰੇ ਦਾ ਸਾਰਾ ਝੱਖ ਮਾਰਨਾ, ਸਾਰੇ ਦਾ ਸਾਰਾ ਫਜ਼ੂਲ ਹੈ। ਤੇਰਾ ਗਿਆਨ ਜਿਹੜਾ ਹੈ ਉਹ ਕਿਸੇ ਕੰਮ ਨਹੀਂ ਜੇ ਤੂੰ ਅੰਦਰ ਪ੍ਰਮਾਤਮਾ ਦੇ ਨਾਲ ਨਹੀਂ ਜੁੜਦਾ। ਇਸ ਪਾਵਨ ਸ਼ਲੋਕ ਦੀ ਵਿਚਾਰ ਜਿਹੜੀ ਹੈ ਉਹ ਅਸੀਂ ਅਖੀਰਲੀ ਪੰਕਤੀ ਤੋਂ ਆਰੰਭ ਕਰਾਂਗੇ ਕਿ ਨਾਨਕ ਲੇਖੈ ਇੱਕ ਗੱਲ। ਇੱਕ ਗੱਲ ਦਾ ਅਰਥ ਕਰਾਂਗੇ ਉਹ ਗੱਲ ਜਿਹੜੀ ਪ੍ਰਮਾਤਮਾ ਦੇ ਦਰ 'ਤੇ ਕਬੂਲ ਹੋ ਜੇ, ਉਹ ਸ਼ਬਦ ਜਿਹਦੇ ਨਾਲ ਜੁੜ ਕੇ ਮਨੁੱਖ ਪਰਿਪੂਰਨ ਦੇ ਵਿੱਚ ਅਭੇਦ ਹੋ ਜਾਵੇ। ਇਹਨੂੰ ਸੌਖਾ ਕਰ ਲਈਏ ਕਿ ਇੱਕ ਪ੍ਰਮਾਤਮਾ ਦਾ ਨਾਮ ਹੀ ਜਿਹੜਾ ਹੈ ਉਹ ਲੇਖੇ ਦੇ ਵਿੱਚ ਲੱਗਣਾ ਹੈ। ਜੇ ਨਾਮ ਵਿੱਚ ਨਹੀਂ ਹੈਗਾ, ਤੇਰੀ ਵਿਦਵਤਾ ਦੇ ਵਿੱਚ, ਸਤਿਗੁਰੂ ਕਹਿਣ ਲੱਗੇ ਹੋਰ ਹਉਮੈ ਝਖਨਾ ਝਾਖ, ਬਾਕੀ ਕੇਵਲ ਤੇ ਕੇਵਲ ਝੱਖ ਮਾਰਨੀ ਹੈ। ਮੈਂ ਬੇਨਤੀ ਕਰਾਂ, ਗਿਆਨ ਨੌਲੇਜ ਜਿਹੜੀ ਉਹ ਮਾੜੀ ਨਹੀਂ, ਪਰ ਉਹਦੀ ਦੁਰਵਰਤੋਂ ਕਰ ਲੈਣੀ, ਉਹਦਾ ਭਾਰ ਚੁੱਕ ਲੈਣਾ ਬਹੁਤ ਮਾੜਾ ਹੈ। ਜਿਵੇਂ ਇੱਕ ਮਨੁੱਖ ਭੋਜਨ ਛਕਦਾ ਹੈ, ਭੋਜਨ ਛਕਣਾ ਬਹੁਤ ਚੰਗੀ ਗੱਲ ਹੈ, ਪਰ ਜੇ ਭੋਜਨ ਛਕ ਕੇ ਉਹਨੂੰ ਉਲਟੀ ਦੇ ਰਾਹੀਂ ਬਾਹਰ ਕੱਢ ਦਿੱਤਾ ਜਾਵੇ, ਉਹਦਾ ਕੋਈ ਲਾਭ ਨਹੀਂ ਹੋਵੇਗਾ। ਇੱਕ ਸਮਾਂ ਖਰਾਬ ਕੀਤਾ, ਦੂਸਰਾ ਉਲਟੀ ਕਰਨ ਦਾ ਜਿਹੜਾ ਸੀ ਉਹ ਵੀ ਨੌਬਤ ਆਈ, ਜਿਹਦੇ ਨਾਲ ਜਿਹੜਾ ਸੀ ਤਨ ਨੂੰ ਵੀ ਕਸ਼ਟ ਹੋਇਆ। ਭੋਜਨ ਉਹੋ ਹੀ ਯਥਾਰਥ ਹੈ, ਭੋਜਨ ਉਹ ਲਾਭਦਾਇਕ ਹੈ ਜਿਹੜਾ ਖਾਣ ਤੋਂ ਬਾਅਦ ਪਚ ਜਾਵੇ, ਪੰਚੋ ਤੋਂ ਬਾਅਦ ਜਿਹਦੇ ਵਿੱਚੋਂ ਤਾਕਤ ਐਨਰਜੀ ਪੈਦਾ ਹੁੰਦੀ ਹੈ। ਗਿਆਨ ਉਹ ਭਲੀ ਭੂਤ ਹੈ ਗੁਰਮੁਖੋ ਜਿਹੜਾ ਮਨੁੱਖ ਦੇ ਅੰਦਰ ਟਿਕ ਜਾਵੇ। ਟਿਕਣ ਤੋਂ ਬਾਅਦ ਮਨੁੱਖ ਪਰਮਾਤਮਾ ਦੇ ਸਿਮਰਨ ਦੇ ਵਿੱਚ, ਬੰਦਗੀ ਦੇ ਵਿੱਚ ਲੱਗ ਜਾਵੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੀਵਨ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪਿਤਾ ਕਾਲੂ ਜੀ ਪਾਂਧੇ ਦੇ ਕੋਲ ਲੈ ਕੇ ਜਾਂਦੇ ਨੇ। ਜਿਸ ਵੇਲੇ ਲੈ ਕੇ ਗਏ
ਤੇ ਪਾਂਦੇ ਨੇ आओ भगत कीती। पहले दिन आपां देखदे आ कि सतगुरां नूं फट्टी लिखण नूं दित्ती गई। तो मैं सारी साखी नहीं केवल उदाहरण देनी चाहुंदा। जिस वेले फट्टी लिखण की गल हुंदी है तो मेरे सतगुरां ने कहा सी कि पांदा जी ये तुसी जिहड़ा मैनूं एका पा रहे जे जां ऊड़ा पा के दे रहे जे, इहदा अर्थ की बनदा है? पांदा कहन लगे बालक इहदा अर्थ दा ते मैनूं कोई पता नहीं, कल्ले अखर दा अर्थ कदी नहीं, अर्थ जिहड़ा है शब्दां नूं जोड़ के बनिया करदा है। सतगुरु कहन लगे दूसरी गल जिहड़ा तुसी मैनूं पढ़ा रहे जे इहदा लाभ की होवेगा? ते पांदे दा जवाब सी, कहन लगे तुसी पढ़ जाओगे, पढ़ लिख के चंगी नौकरी लगेगी, पिता दे वांग मान इज्जत रुतबा हासिल करोगे, चंगी नौकरी मिल जाएगी, रुतबा मिल जाएगा, तो तुहाडे कोल बेअंत माया आ जाएगी, तुसी माया दे धनी बन जाओगे। तो मेरे सतगुरां ने कहा पांदा जी जिस नॉलेज नूं जिस ज्ञान नूं इकट्ठियां करके केवल ते केवल माया ही बंदे दे कोल आउणी है, माया दे जंजालां दे विच ही पैना, मैनूं इहो जी पढ़ाई दी लोड़ नहीं। मैं पढ़ांगा जरूर पर मैनूं वो चीज़ पढ़ा दिओ जिहदे नाल परमात्मा दी दरगाह दे विच मैं प्रवान हो जावां। वो चीज़ वो नॉलेज मैनूं दे दिओ जिहदे नाल मेरा ते मेरे आउण वाले जिहड़ा समां है उहदा भला हो सके। पांदा खामोश हो गया, कहन लगा नानक अज तक मैं जिन्नियां नूं भी पढ़ाया है, पढ़ाउण दे नाल विद्या मिलदी है, विद्या दे नाल चंगी नॉलेज चंगी माया ते मिल सकदी है, पर मेरे कोल इहो जिहा ज्ञान नहीं जिहदे नाल परमात्मा दे घर दे विच कबूल हो सकीए। फिर इतिहास लिखदा है कि सतगुरां ने उत्थे जिहड़ा है पावन बाणी जिहड़ी पट्टी है वो उचारण करके ते सतगुरां ने समझाया सी कि पांदा जी जे तुहाडे कोल नॉलेज नहीं, तुहाडे कोल रूहानीयत दा ज्ञान नहीं, तो तुहानूं रूहानीयत दा ज्ञान मैं देना है। एक सतगुरां दा आसा राग दे विच पावन शब्द आउंदा है। सतगुरु कहन लगे पंडित जी जे कुछ लिखना है ना आओ तुहानूं मैं लिखण दी जाच सिखाउणा हाँ। उत्थे सतगुरां ने जिहड़ा अलंकार खिच्चिया, पुराने समयां दे विच की हुंदा सी कि कोला जिहड़ा है ना कच्चा कोला ये ओनूं पीस के ते शाही बनाई जाती है, काने की कलम घड़ी जाती है, कड़न तो बाद फट्टी दे उत्ते जिहड़े ने अखर पाए जाते हैं। सतगुरु कहन लगे पांदा जी जे तुसी शाही बनाउणी है ना तो वो कोले दी नहीं, जिहड़ा दुनियावी मोह तुसी जोड़ी फिरदे जे ना इस मोह नूं साड़ के ते शाही बना दिओ। कहन लगे जाल मोह घस मस कर, घस का अर्थ घसा के, मस का अर्थ हुंदा शाही। कहन लगे अपने मोह नूं जिहड़ियां मोह दीयां तंदां समाज नाल पाई फिरदे जे उन्नूं साड़ के कहन लगे तुसी शाही बना दिओ। जाल मोह घस मस कर मत कागद कर सार, सार का अर्थ है श्रेष्ठ, कहिंदे अपनी मत नूं चंगा वधिया कागज बना। हुण लिखिया तो तां ही सही है ना, लिखे दा तां ही लाभ है जे चंगे वधिया कागज दे उत्ते लिखिया जाएगा। सतगुरु कहन लगे अपनी मत नूं जिहड़ा है वधिया कागज बना। जाल मोह कस मस कर मत कागज कर सार, भाओ कलम कर, भाव का अर्थ है प्रेम। कहन लगे प्रेम की कलम बना। चित्त लिखारी अपने मन नूं लिखारी बना। गुर पुछ गुरु नूं पुछ के गुरु की सिक्ख्या लैके लिख विचार, ते गुरु की सिक्ख्या लैके तू विचार तू लिखण का यतन कर। ते गुरु कई लिखण नूं कहेगा, कहले लिख नाम सालाहा लिख। कहते पांदा जी जे लिखना है ना वो शब्द लिखो जिहदे विच परमात्मा का सिमरन आ जाए, वो शब्द लिखो जिहदे विच परमात्मा की सिफतो सलौता आ जाए। लिख नाम सालाहा लिख, लिख अंत ना पारावार, ये लिख दे के परमात्मा तेरा अंत नहीं पाया जाना। ते पांदा जी कहन लगे नानक ये लेखा मेरा कित्थे क काम आवेगा। सतगुरु कहन लगे बाबा यह लेखा लिख जान। कहिंदे पांदा जी जे ये लेखा लिखना आ गया ना, जिथे लेखा मंगी है तिथे होए सच्चा निशान। निशान का अर्थ करांगे निशानी। कहन लगे जदों तुहाडे कोलों कर्मां दा लेखा जोखा मंगिया जाएगा, परमात्मा का जपिया होया नाम जिहड़ा उत्थे तुहाडी गवाही भरेगा, उत्थे तुहानूं लाभ देवेगा। सो मेरे सतगुरां ने यह गल समझाई कि जे ज्ञान तुहानूं रूहानीयत वाले पासे नहीं जोड़दा, गुरमुखो याद रखियो उस ज्ञान का कोई लाभ नहीं। मस्कीन जी कहिंदे हुंदे सन, कहन लगे एक खोते दे उत्ते पुराने समयां दे विच गां आपां विचार करनी है, खोतिਆਂ ਦੇ ਉੱਤੇ कोई तुसी चंदन लद दिओ, भावें ਉਹਦੇ ਉੱਤੇ ਜਿਹੜੀ है तुसी मल गोबा कुछ भी लद दिओ। खोते का काम केवल तो केवल भार ढोना है, ਉਹਦੇ ਤੇ गोहा लद दिओ, मल गोबा लद दिओ, ਉਹਨੂੰ ਤਾਂ ਵੀ कोई फर्क नहीं।
ਉਹਦੇ ਤੇ ਕੀਮਤੀ ਚੰਦਨ ਲੱਦ ਦਿਓ, ਉਹਨੂੰ ਤਾਂ ਵੀ ਕੋਈ ਕਦਰ ਨਹੀਂ। ਜਿਸ ਮਨੁੱਖ ਦੇ ਅੰਦਰ ਨਾਮ ਦੀ ਕੋਈ ਚੰਗਿਆਰੀ ਨਹੀਂ ਲੱਗੀ, ਉਹਦੇ ਉੱਤੇ ਜਿੰਨੀ ਮਰਜ਼ੀ ਨੌਲੇਜ ਜੇ ਤੁਸੀਂ ਰੱਖ ਦਿਓ, ਉਹਦਾ ਹਾਲ ਵੀ ਖੋਤੇ ਦੇ ਵਾਂਗ ਹੀ ਹੈ। ਕੇਵਲ ਤੇ ਕੇਵਲ ਖੋਤੇ ਨੂੰ ਖੋਤਾ ਹੁਣ ਚੰਦਨ ਵਰਤ ਨਹੀਂ ਸਕਦਾ। ਤੇ ਜਿਹੜਾ ਮਨੁੱਖ ਗਿਆਨ ਦੇ ਨਾਲ ਪ੍ਰਮਾਤਮਾ ਦੇ ਨਾਲ ਨਹੀਂ ਨਾ ਜੁੜਦਾ, ਯਾਦ ਰੱਖਿਓ ਹਾਲ ਉਹਦਾ ਵੀ ਉੱਦਾਂ ਦਾ ਹੀ, ਉਹ ਵੀ ਗਿਆਨ ਨੂੰ ਵਰਤ ਨਹੀਂ ਸਕਦਾ। ਸੋ ਸਤਿਗੁਰਾਂ ਨੇ ਜਿਹੜਾ ਅੱਜ ਪਾਵਨ ਸ਼ਬਦ ਸਾਡੀ ਝੋਲੀ 'ਚ ਪਾਇਆ, ਸਤਿਗੁਰੂ ਕਹਿਣ ਲੱਗੇ ਨਾਨਕ ਲੇਖਿਆ ਇੱਕ ਗੱਲ, ਕਹਿੰਦੇ ਉਹ ਇੱਕ ਗੱਲ, ਇੱਕ ਸਿਮਰਨ ਦੀ ਬਾਤ ਜਿਹੜੀ ਹੈ ਪਰਮਾਤਮਾ ਦੀ ਦਰਗਾਹ ਦੇ ਵਿੱਚ ਲੇਖਾ ਜਿਹੜਾ ਉਹ ਪ੍ਰਵਾਨ ਹੋਣਾ ਹੈ। ਜੇ ਤੂੰ ਨਾਮ ਨਹੀਂ ਜਪ ਸਕਦਾ ਤੇ ਸਤਿਗੁਰੂ ਕਹਿਣ ਲੱਗੇ ਹੋਰ ਹਉਮੈ ਝਖਣਾ ਝਾਕ, ਬਾਕੀ ਸਾਰੇ ਦਾ ਸਾਰਾ ਜਿੰਨੀ ਵੀ ਮਿਹਨਤ ਹੈ ਉਹ ਝੱਖ ਮਾਰਨੀ ਹੈ। ਇੱਕ ਦੋ ਉਦਾਹਰਨਾਂ ਦੇ ਦੇਵਾਂ। ਜਿਵੇਂ ਇੱਕ ਮਨੁੱਖ ਬਿਜ਼ਨਸ ਕਰਦਾ, ਦੁਕਾਨਦਾਰੀ ਕਰਦਾ, ਦੁਕਾਨ ਤੇ ਜਾ ਕੇ ਬੈਠਾ, ਸਾਰੀ ਦਿਹਾੜੀ ਦੁਕਾਨ ਤੇ ਬੈਠਾ ਰਿਹਾ, ਕੋਈ ਗਾਹਕ ਨਾ ਆਇਆ, ਸ਼ਾਮ ਨੂੰ ਵੱਟਤ ਕੋਈ ਨਹੀਂ ਹੋਈ, ਆਖੇਗਾ ਅੱਜ ਤੇ ਮੈਂ ਬੈਠ ਕੇ ਆ ਗਿਆ, ਝੱਖ ਮਾਰ ਕੇ ਆ ਗਿਆ, ਅੱਜ ਪੱਲੇ ਕੁਛ ਨਹੀਂ ਪਿਆ। ਸੱਚੀ ਗੱਲ ਹੈ ਗੁਰਮੁਖੋ, ਅੱਜ ਪੜ੍ਹਿਆ ਤੇ ਬਹੁਤ ਜਾਂਦਾ ਹੈ ਪਰ ਅੰਦਰ ਨੂੰ ਪੱਲੇ ਕੁਛ ਨਹੀਂ ਪੈਂਦਾ। ਮੈਂ ਪਿਛਲੇ ਸਮੇਂ 'ਚ ਵੀ ਬੇਨਤੀ ਕੀਤੀ ਸੀ, ਅੱਜ ਸਾਡੇ ਕੋਲ ਪੜ੍ਹਨ ਵਾਸਤੇ ਬੱਚੇ ਜਿਹੜੇ ਨੇ ਡਾਕਟਰ ਬਹੁਤ ਨੇ, ਪੜ੍ਹਨ ਵਾਸਤੇ ਇੰਜੀਨੀਅਰ ਬਹੁਤ ਨੇ, ਵਕੀਲ ਬਹੁਤ ਨੇ, ਜੱਜ ਬਹੁਤ ਨੇ। ਅੱਜ ਇੰਨੀ ਕੁ ਪੜ੍ਹਾਈ ਪੜ੍ਹਾ ਦਿੱਤੀ ਗਈ ਹੈ, ਮਨੁੱਖ ਉੱਚ ਅਹੁਦਿਆਂ ਤੱਕ ਤੇ ਪਹੁੰਚ ਗਿਆ, ਪਰ ਇਹਨਾਂ ਉੱਚ ਅਹੁਦਿਆਂ ਤੇ ਪਹੁੰਚ ਕੇ ਵੀ ਅੰਦਰੋਂ ਖਾਲੀ ਦਾ ਖਾਲੀ ਰਹਿ ਗਿਆ। ਅੰਦਰੋਂ ਇਨਸਾਨੀਅਤ ਖਤਮ ਹੋ ਗਈ। ਜਿਹਦੇ ਅੰਦਰ ਇਨਸਾਨੀਅਤ ਨਾ ਰਹੀ, ਉਹਦੇ ਅੰਦਰ ਧਰਮ ਦਾ ਬੀਜ ਕਿੱਥੋਂ ਪੁੰਗਰਨਾ ਸੀ। ਯਾਦ ਰੱਖਿਓ, ਇਹ ਅੱਗੇ ਜਾ ਕੇ ਸਲੋਕ ਆਉਣਾ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ। ਮੈਂ ਉਦੋਂ ਅਰਜ਼ ਕਰਾਂਗਾ, ਧਰਮ ਦਾ ਜਿਹੜਾ ਮੂਲ ਅੰਗ ਉਹ ਦਇਆ ਹੈ। ਜਿਸ ਮਨੁੱਖ ਦੇ ਹਿਰਦੇ 'ਚ ਦਇਆ ਨਹੀਂ ਨਾ ਪੈਦਾ ਹੁੰਦੀ ਤੇ ਉਹ ਕਦੀ ਵੀ ਜਿਹੜਾ ਧਰਮੀ ਨਹੀਂ ਹੋ ਸਕਦਾ। ਤੇ ਦਇਆ ਜਿਹਦੇ ਅੰਦਰ, ਦਇਆ ਦਾ ਸੌਖਾ ਕਰ ਦੇਵਾਂ, ਇਨਸਾਨੀਅਤ। ਹੁਣ ਇੱਕ ਡਾਕਟਰ ਹੈ, ਉਹ ਰਿਸ਼ਵਤ ਲੈਂਦਾ ਹੈ, ਉਹਨੂੰ ਗਰੀਬ ਦੇ ਉੱਤੇ ਦਇਆ ਨਹੀਂ ਆਉਂਦੀ, ਉਹ ਧਰਮੀ ਕਿੱਥੋਂ ਹੋ ਜਾਏਗਾ। ਇੱਕ ਵਕੀਲ ਹੈ, ਇੱਕ ਜੱਜ ਹੈ, ਇੱਕ ਚੰਗਾ ਆਫਿਸਰ ਹੈ, ਇੱਕ ਮਨੁੱਖ ਉੱਚ ਅਹੁਦੇ ਤੇ ਚੰਗੀ ਕੁਰਸੀ ਦੇ ਉੱਤੇ ਬੈਠ ਕੇ ਲੋਕਾਂ ਤੇ ਨਿਰਦਈ ਪੁਣਾ ਵਰਤਦਾ ਹੈ, ਉਹ ਕਦੀ ਧਰਮੀ ਨਹੀਂ ਹੋ ਸਕਦਾ। ਇਹੋ ਜਿਹੀ ਨੌਲੇਜ ਨੂੰ ਕੀ ਕਰੋਗੇ। ਸਤਿਗੁਰੂ ਕਹਿਣ ਲੱਗੇ ਕੇਵਲ ਤੇ ਕੇਵਲ ਇਹ ਸਾਰੀ ਉਮਰ ਝੱਖ ਮਾਰਦਾ ਰਿਹਾ। ਮੈਂ ਬੜੀ ਵਾਰੀ ਸੋਚਦਾ ਹੁੰਦਾ, ਅਸੀਂ ਇਹੋ ਜਿਹੇ ਅਦਾਰੇ ਤੇ ਤਿਆਰ ਕਰ ਦਿੱਤੇ ਜਿਹਦੇ ਵਿੱਚੋਂ ਚੰਗੇ ਤੋਂ ਚੰਗੇ ਅਫਸਰ ਪੈਦਾ ਕਰ ਲਏ। ਸਾਡੇ ਕੋਲ ਇਹੋ ਜਿਹੇ ਅਦਾਰੇ ਤਿਆਰ ਨਾ ਹੋਏ ਜਿਹਦੇ ਵਿੱਚੋਂ ਅਸੀਂ ਸੰਤ ਮਹਾਤਮਾ ਤੇ ਸਾਧੂ ਸੰਤ ਪੈਦਾ ਕਰ ਸਕਦੇ। ਅੱਜ ਮਾਂ-ਬਾਪ ਕਹਿੰਦਾ ਪੁੱਤਰ ਪੜ੍ਹ ਲਾ, ਤੇਰਾ ਕੁਝ ਬਣ ਜਾਵੇਗਾ, ਚੰਗੇ ਉੱਚ ਅਹੁਦੇ ਤੇ ਪਹੁੰਚ ਜਾਵੇਗਾ। ਅੱਜ ਕਦੀ ਕਿਸੇ ਮਾਂ ਨੇ ਨਹੀਂ, ਕਦੀ ਕਿਸੇ ਬਾਪ ਨੇ ਨਹੀਂ ਕਿਹਾ ਪੁੱਤ ਨਾਮ ਜਪ ਲਾ, ਰੂਹਾਨੀਅਤ ਨੂੰ ਕਮਾ ਲਾ, ਕਿਤੇ ਤੇਰੇ ਨਾਲ ਜਾਣ ਵੇਲੇ ਇਹ ਵੀ ਕੰਮ ਆਵੇਗੀ। ਕਿਉਂਕਿ ਅੱਜ ਜਿੰਨੀ ਸਾਡੀ ਪੜ੍ਹਾਈ ਹੈ ਨਾ, ਇਹ ਬਾਹਰ ਦੀ ਦੌੜ ਹੈ, ਇਹ ਬਾਹਰ ਵਾਲੇ ਪਾਸੇ ਹੈ। ਸਤਿਗੁਰੂ ਕਹਿਣ ਲੱਗੇ ਭਲਿਆ ਜਿੰਨੀ ਤੂੰ ਨੌਲੇਜ ਇਕੱਠੀ ਕਰੀ ਫਿਰਦਾ ਹੈ, ਇਹ ਕੇਵਲ ਤੇ ਕੇਵਲ ਹੰਕਾਰ ਦਾ ਕਾਰਨ ਹੈ। ਅੱਜ ਸਾਡਾ ਸਮਾਜ, ਸਾਡੇ ਰਿਸ਼ਤੇ ਕਿਉਂ ਅੱਜ ਟੁੱਟਦੇ ਪਏ ਨੇ। ਤੁਸੀਂ ਕਦੀ ਵੀ ਵੇਖੋ, ਰਿਸ਼ਤੇ ਟੁੱਟਣ ਦਾ ਕਾਰਨ ਹੰਕਾਰ ਹੈ। ਪੁਰਾਣੇ ਸਮਿਆਂ 'ਚ ਕਦੀ ਰਿਸ਼ਤਾ ਨਹੀਂ ਸੀ ਕੋਈ ਵੀ ਟੁੱਟਦਾ, ਕੋਈ ਵੀ ਰਿਸ਼ਤਾ ਸੀ, ਭੈਣ ਭਰਾ ਦਾ, ਪਤੀ ਪਤਨੀ ਦਾ, ਦੋਸਤ ਮਿੱਤਰ ਦਾ, ਸਮਾਜਿਕ ਭਾਈਚਾਰਕ ਰਿਸ਼ਤੇ। ਉਹਨਾਂ ਸਮਿਆਂ ਦੇ ਵਿੱਚ ਜਾਣਕਾਰੀ ਘੱਟ ਸੀ, ਘੱਟ ਜਾਣਕਾਰੀ ਦੇ ਹੋਣ ਕਰਕੇ ਪਿਆਰ ਜ਼ਿਆਦਾ ਸੀ, ਹੰਕਾਰ ਨਹੀਂ ਸੀ। ਅੱਜ ਜਿੰਨੀ ਨੌਲੇਜ ਵੱਧ ਗਈ, ਨੌਲੇਜ ਕਿਹਦੇ ਨਾਲ ਆਉਂਦੀ ਹੈ, ਗਿਆਨ ਨਾਲ। ਉਹਨਾਂ ਗਿਆਨ ਪ੍ਰਬਲ ਹੋ ਗਿਆ, ਜਦੋਂ ਗਿਆਨ ਆ ਗਿਆ ਹੰਕਾਰ ਆ ਗਿਆ। ਜੋ ਮੈਂ ਜਾਣਦਾ ਤੇਰੇ ਪੱਲੇ ਨਹੀਂ, ਜਿੱਥੇ ਹੰਕਾਰ ਆ ਗਿਆ, ਹੰਕਾਰ ਨੇ ਜਿਹੜਾ ਸੀ ਪਾੜ ਪਾ ਕੇ ਮਨੁੱਖ ਨੂੰ ਜਿਹੜਾ ਵੱਖੋ ਵੱਖ ਕਰਕੇ ਰੱਖ ਦਿੱਤਾ। ਅੱਜ ਜਿੰਨੇ ਵੱਡੇ ਵੱਡੇ ਘਰ ਨੇ, ਮੈਨੂੰ ਮਾਫ ਕਰਨਾ ਪੜ੍ਹੇ ਲਿਖੇ ਨੇ, ਮੈਂ ਬੜੀ ਵਾਰੀ ਅਰਜ਼ ਕਰਦਾ, ਅੱਜ ਇੱਕ ਪਰਿਵਾਰ 5-6 ਜੀ ਰਹਿੰਦੇ ਨੇ, ਸਾਰੇ ਪੜ੍ਹੇ ਨੇ, ਇੰਨਾ ਕੁ ਪੜ੍ਹ ਲਿਖ ਗਏ ਕਿ ਸਾਰਾ ਟੱਬਰ ਬੈਠ ਕੇ ਰੋਟੀ ਨਹੀਂ ਖਾ ਸਕਦੇ। ਅੱਜ ਇੱਕ ਬੱਚਾ, ਇੱਕ ਧੀ, ਇੱਕ ਪੁੱਤ ਇੰਨਾ ਕੁ ਪੜ੍ਹ ਗਿਆ, ਉਹਨੂੰ ਆਪਣੀ ਮਾਂ ਦਾ, ਉਹਨੂੰ ਆਪਣੇ ਪਿਓ ਦਾ ਸਤਿਕਾਰ ਭੁੱਲ ਗਿਆ। ਅੱਜ ਇੱਕ ਭੈਣ, ਇੱਕ ਭਰਾ ਇੰਨਾ ਕੁ ਪੜ੍ਹ ਲਿਖ ਗਏ ਕਿ ਉਹਨਾਂ ਦੇ ਵਿੱਚੋਂ ਬਚਪਨ, ਉਹਨਾਂ ਦੇ ਵਿੱਚੋਂ ਪਿਆਰ ਖਤਮ ਹੋ ਗਿਆ। ਅੱਜ ਸਾਡੇ ਰਿਸ਼ਤੇ ਜਿਹੜੇ ਨੇ ਤਾੜ ਹੋ ਰਹੇ ਨੇ। ਮਗਰ ਕਾਰਨ ਕੀ ਹੈ? ਸਾਡੀ ਕੇਵਲ ਤੇ ਕੇਵਲ ਥੋਥੀ ਦੀ ਥੋਥੀ ਨੌਲੇਜ, ਕੇਵਲ ਤੇ ਕੇਵਲ ਉਹ ਗਿਆਨ ਜਿਹਨੇ ਸਾਡੇ ਅੰਦਰ ਹੰਕਾਰ ਪੈਦਾ ਕਰ ਦਿੱਤਾ, ਅੰਦਰੋਂ ਪਿਆਰ ਖਤਮ ਹੋ ਗਿਆ। ਤੇ ਮੈਂ ਧਰਮ ਦੀ ਹਮੇਸ਼ਾ ਵਿਆਖਿਆ ਬਾਅਦ 'ਚ ਕਰਦਾ ਹੁੰਦਾ, ਪਹਿਲਾਂ ਇਨਸਾਨੀਅਤ ਨੂੰ ਰੱਖਦਾ ਹੈ ਗੁਰਮੁਖੋ। ਜਿੱਥੇ ਤੁਸੀਂ ਪਰਿਵਾਰ ਨਾਲ ਨਹੀਂ ਨਿਭਾ ਸਕਦੇ, ਜਿਹੜਾ ਬੱਚਾ ਮਾਂ ਬਾਪ ਦਾ ਆਗਿਆਕਾਰੀ ਨਹੀਂ ਹੋ ਸਕਦਾ, ਉਹ ਧਰਮੀ ਕਿੱਥੋਂ ਹੋ ਜਾਏਗਾ। ਜਿਹਨੇ ਕਦੀ ਮਾਂ ਨੂੰ ਖੁਸ਼ ਨਹੀਂ ਕੀਤਾ, ਜਿਹਨੇ ਬਾਪ ਨੂੰ ਖੁਸ਼ ਨਹੀਂ ਕੀਤਾ, ਜਿਹਨੇ ਭੈਣ ਨੂੰ ਭਰਾ ਦੀ ਕਦੀ ਖੁਸ਼ੀ ਨਹੀਂ ਵੇਖੀ, ਉਹ ਗੁਰੂ ਨੂੰ ਖੁਸ਼ ਕਿੱਥੇ ਕਰੇਗਾ। ਜਿਹੜਾ ਮਾਂ ਬਾਪ ਦਾ ਆਗਿਆਕਾਰੀ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਕਹਿੰਦੀ ਉਹ ਰੱਬ ਦੇ ਨਾਲ ਨਹੀਂ ਜੁੜ ਸਕਦਾ। ਗੁਰੂ ਰਾਮਦਾਸ ਜੀ ਦਾ ਇੱਕ ਬਚਨ ਵੀ ਹੈ ਕਿ ਕਾਹੇ ਪੂਤ ਝਗਰਤ ਹੋ ਸੰਗ ਪਾਪ,
याद रखियो मैं ये विषय चो 1 मिनट वास्ते निकलिया। सब तो वड्डा पाप ये जे जिन्हां ने तुहानू जम्मिया पाल पोस के वड्डा कीता उहदे नाल मत्था लाउणा, उहदे नाल झगड़ा करना। ये अज ठीक है असी अपने माँ बाप तो ज़्यादा पढ़े हुए हाँ, पर एक गल याद रखियो ये पढ़ाई साडी बाहरी माया तक सीमित है। जो माँ बाप का रिश्ता है उन्होंने असी ठुकरा नहीं सकते। सतगुरु कह लगे काहे पूत पुत्र क्यों करदा, ये प्रीति चंद के प्रथाए शब्द है। काहे पूत झगड़त हो संग बाप, कहते क्यों बाप दे नाल पंगे लेना, क्यों झगड़दा पिया है। जिनके जने, जने का अर्थ होंदा जमना, जिनके जने बडीरे, जिन्हें तेनों वड्डिया कीता जम के, जिनके जने बडीरे तुम हो 300 झगड़त पाप। सब तो वड्डा पाप है जिस माँ बाप ने पाल पोस के वड्डा कीता उहदे नाल लड़दा पिया। अज साडे घरां च ये चीज़ नहीं। अज असी माँ बाप के कहने तो कई कोहां दूर है। ये सारी दी सारी नॉलेज, मैं गल नूं ज़्यादा दूर ना खड़ा। सतगुरु कहणगे जे तेरे अंदर एक गल नाम दी टिकी नहीं, एक गल इयों भी अर्थ कर लीए, प्राइमरी अर्थ कर लीए, तो जे तेरे अंदर इंसानियत टिकी नहीं, तेरे अंदर सदाचारी गुण टिके नहीं, तो याद रखी लोग कहणगे विद्वान है, माँ बाप गुरु आखेगा ये मूर्ख दा मूर्ख ही तुरिया फिरदा है। सतगुरु कह लगे नानक लेखै एक गल होर हौमै झखना झाख। मनुख किन्नी क झख मारदा है, किन्नी क जानकारी इकट्ठी करदा है, वो सतगुरु जी इस श्लोक दे विच बख्शिश करते हैं। श्लोक महला पहला गुरु नानक साहब महाराज जी का ये अमृत बचन है। सतगुरु कह लगे पढ़ पढ़ गड्डी लद्दियां, पढ़ पढ़ भरियां साथ। पुराने समय की हुंदा सी कि जिहड़ा मनुख जिहड़ी किताब पढ़ लैंदा सी उस किताब नूं वो अपने नाल रखदा सी। अज थोड़ा जिहा साडा सिस्टम चेंज हो गया है। अज तुसी एक क्लास क्लीयर कर ली, पास कर ली, उहदी तुहाडे कोल डिग्री आ जाती है, उहदा सर्टिफिकेट आ जाता है कि बच्चा इन्नियां क्लासां पढ़िया होया है। तुहानूं अज किताबां चुक के नाल तुरन की लोड़ नहीं पैंदी। बंदा ज्यों पढ़दा है, ये नर्सरी तो चालू करदे आ, जिन्हें +2 का सर्टिफिकेट आ गया उहदा सीधा भाव है कि इन्हें 12 कीतियां होईयां ने। ग्रैजुएशन का आ गया, पोस्ट ग्रैजुएशन का आ गया, मास्टर का आ गया, PhD का आ गया, इहदा भाव इक्को सर्टिफिकेट विखाया PhD का दिखा दोगे, उन्होंने पता कि ये कोल इन्नी लियाकत है। नर्सरी तो चल के +2 तक, बाद ग्रैजुएशन, पोस्ट ग्रैजुएशन तो बाद ये इतों तक PhD तक पहुँच गया। अज ज्ञान जिहड़ा उहदा प्रगटा करन दा होर तरीका है। पुराने समय की हुंदा सी कि जदों भी पढ़ाई की उदों डिग्री कोई नहीं सी हुंदी। अज जिहड़ी साडी पढ़ाई है ना, ये भज दौड़ कॉम्पीटिशन है। एक अगे निकल गया, दूसरा पिछे रह गया, दूसरा पिछे रह गया, एक अगे निकल गया। अज कॉम्पीटिशन है, इनू पढ़ाई नहीं असी कह सकते। अज मैं बड़ी वारी कहना ना कि कई वारी पढ़ाइयाँ भी साडे अंदर नफरत पैदा कर देंदियां। जिहड़े सके दोस्त ने, बड़े सके भैन भरा ने, बड़े चंगे दोस्त ने आपस में, कई वारी पढ़ाइयाँ भी कोई अगे ना मेरे तो निकल जाए, उन्हां दे अंदर भी जिहड़ा ईरखा का बीज पैदा करके रख देंदे ने। हुण पुराने समय की हुंदा सी, मनुख जिहड़ी किताब पढ़ लैंदा सी ना उन्होंने अपने कोल रखदा सी। हुण उन्हें किताबां पढ़ लियां, किसी ने 5 10 15 20 कई किताबां पढ़ लियां, हुण वो तुरिया फिरदा समाज दे विच। ये हक जिहड़ा विद्वान पंडित दे कोल सी पढ़ना, हुण उहदी नॉलेज का प्रगटावा किवें होवे, कोई डिग्री तो है नहीं। वो की करदा सी, जिथे भी जाना उन्हें अपने नाल जिहड़ियां किताबां पढ़ियां ने सारियां नूं नाल लैके जांदा हुंदा सी। ते इत्थे एक गल याद रखियो, किताबां नूं नाल तां रखिया जांदा सी तां जो पता लग सके कि मैं इन्ना पढ़ गया, अंदर हंकार पैदा है। जिहड़ा पढ़ जांदा सी उहदा इक्को ही काम हुंदा सी कि मैं बहसम बहसा करके ते अगले दे सिर नूं झुका देवां। मैं सोचदा मस्कीन जी एक गल कहिंदे हुंदे सन, कहण लगे एक राजा राज सत्ता कायम करदा है, उहदे हत्थ 'च तलवार है। तलवार फड़ के जिहदे भी सामने जांदा है दुश्मन दे, कहिंदा मैं इहदी धौन ला के जमीन ते सुੱਟ देवां, इहदा राज हासिल कर लवां। उन्हां समयां 'च जिहदे कोल नॉलेज आउंदी सी, कहिंदा मैं इहदा सिर झुका के ते इहदे उत्ते फतेह हासिल कर लवां, जिੱਤ हासिल करना। अज साडी पढ़ाई भी तो इहो कुछ ही है। अज पढ़ाई दे अंदरों इंसानियत घट है, बहसम बहस ज़्यादा है। अज पढ़ाई दे विचों नॉलेज घट है, केवल तो केवल जिहड़े ने वो हंकार ज़्यादा प्रतीक हो रहा है। सतगुरु कहणगे तू इन्ना क पढ़ जावें, इन्नियां किताबां पढ़ लावें कि वो गड्डियां दियां गड्ढे जिहड़े ने, इत्थे याद रखियो ईरान दे जिहड़े लोग सन विद्वान, वो ऊठां ते चलदे सन। हिंदुस्तान दे जिहड़े विद्वान सन ये बैल गड्डियां ते चलदे सन। हुण सतगुरु कहणगे हिंदुस्तान की गल पे करदे, कहंदे जिहड़े बैल ने उन्हां मगर गड्ढे लगे हुए ने, तू इन्नियां क किताबां पढ़ लवे कि कई गड्ढे ढेरां दे ढेर ला के वो गड्ढियां दे भर दिते जाण। हुण तुसीं हिसाब ला लो किन्नियां क किताबां ने। अज साडियां भी बथेरियां किताबां भर जांदी बन जांदियां। जे आपां नर्सरी तो हिसाब लाइए ना अपना,
किताबां साडियां बड़ियां पर साडे कोल डिग्री आ जाती है। सतगुरु कहणगे तू इन्ना पढ़ गया, इन्नियां किताबां पढ़ गया कि उन्हां दे नाल कई दियां कई गड्डियां भर दित्तियां गईयां। पढ़ पढ़ गड्डी लद्धियां, पढ़ पढ़ भरियां साथ। हुण कई थावां ते गड्डे नहीं सी जा सकदे, रस्ते माड़े हुंदे सन। उन्हां थावां ते जाण वास्ते ऊठां दा आसरा, खच्चरां दा आसरा लैना, नाल काफला जाना, ते जिहड़ा काफला जाना काफले दे उत्ते भी इन्नियां किताबां लद देणियां कि उहदी विद्वता दा जिहड़ा प्रगटावा हो सके। ये जदों विद्वान तुरदे सन ना, वो खाली हत्थ नहीं सी जांदे। जे गड्डियां ते जाना ते गड्डे किताबां नाल लद देने, ते जे पैदल जाना ते उन्हां दे नाल जिहड़ा साथ काफला हुंदा सी, कोई खच्चर हो गया, कोई घोड़ा हो गया, ये कोई जिहड़ा ये ऊठ हो गया, उहदे ते जिवें खुरजियां हुंदियां सन, वो ला के किताबां इन्नियां क भर देनियां कि ये पता लग जाए इन्ना मनुख पढ़िया होया। सतगुरु कह लगे पढ़ पढ़ गड्डी लद्धियां, पढ़ पढ़ भरियां साथ, पढ़ पढ़ बेड़ी पाई है। हुण अज ते साडे कोल जिहड़े दरिया ने, इन्हां दे उत्ते पार करन वास्ते पुल बन गए। पुराने समय च दरियावां नूं, वड्डियां नहरां नूं पार करन वास्ते बेड़ी होया करदी सी। हुण विद्वान की करदा, एक राज नूं जित्तिया, उत्थे वैसा कीता, अगले राज च चला गया, एक थां तो दूसरे, एक शहर चों दूसरे, दूसरे चों तीसरे, तीसरे चों चौथे। हुण जिथे पैदल जा सकदा सी खच्चरा नाल लै गया, जिथे बैल गड्डियां जा सकदियां सन उत्थे वो नाल लै गया। जिस वेले दरिया आया, इन्हें की कीता, दरिया नूं पार करने वास्ते बेड़ी किराए ते कीती। वो बेड़ियां भी जिहड़ियां सन कई किताबां दे नाल लद के अपने नाल बेड़ियां नूं भी पार कराउंदा है। पता लग जे मैं इन्नी नॉलेज इकट्ठी कीती है। सतगुरु कह लगे पढ़ पढ़ बेड़ी पाई है। तू कई बेड़ियां दियां बेड़ियां जिहड़ियां ने किताबां दे नाल इकट्ठियां कीतियां होईयां ने। पढ़ पढ़ गड्डियां खात, खात दा अर्थ होंदा खाता, ए टोआ। कहन लगे इन्नियां किताबां पढ़ दित्तियां गईयां कि उन्हां दे टोयां दे टोए पूरे जा सकन। वैसे मैनूं एक गल बड़ी सोहनी लगी, कहन लगे ये किताबां कदी टोयां च नहीं सुत्तियां जांदियां। पुराने समयां दे विच की हुंदा सी, कीमती चीज़ रखण वास्ते तहखाने हुंदे सन। अज जिन्नूं भाषा च असीं बेसमेंट कहने आ ना, उदों उन्हूं तहखाने कहा जाता सी। इहदा अर्थ ये फिट रहेगा कि इन्नियां किताबां पढ़ लईआं कि तहखाने दे तहखाने, बेसमेंट दीआं बेसमेंटां इन्ने डक्कीआं पईआं ने, अलमारियां जिहड़ियां ने, जिहड़े खाने बनाए होने पूरे दे पूरे भरे पए ने। सतगुरु कहणगे पढ़ पढ़ बेड़ी पाई है, पढ़ पढ़ गड्डियां खात। हुण किन्ना क पढ़ गया, कहणगे पढ़ीए जेते बरस, बरस बरस दा अर्थ है साल। कहंदे अपनी उम्र दे जिन्ने साल सन, सालां दे साल ही पढ़दा रहा, पढ़दा रहा। पढ़ियां जेते मास, मास दा अर्थ है महीना। कह लगा साल दे 12 महीने ने, 12 महीने दे 12 महीने ही पढ़दा रहा। अगली पंक्ति पढ़ देवां, कह लगे पढ़िए जेती आरजा। आरजा दा अर्थ उम्र। कह लगे जिन्नी उम्र सी, ज्यों इन्हें नॉलेज लैनी सीखी, अखर पढ़ने सीखे, सारी उम्र पढ़दा रहा। पढ़िए जेती आरजा, पढ़िए जेते सास। सास का अर्थ है सुवास। कोई भी साह इहो जिहा खाली नहीं सी जान देंदा जिहदे विच इन्हें नॉलेज ना इकट्ठी कीती होवे। ये दो पंक्तियां कि पढ़िए जेते बरस, बरस पढ़िए जेते मास। याद रखियो, मैं आरंभ च बेनती कीती सी, असीं भोजन छकदे हां, जे नाल दी नाल हजम ना होवे ते वो रोग बन जांदा है। हुण विद्वान की करदे सन, सारी उम्र पढ़ते रहना, पढ़ते रहना। जे उन्होंने अमली जामा ना पहनाया जाए तो वह हंकार का रोग बन जाता सी। एक तुसी घर दे विच खाना रख लो, अज चलो फ्रिज, फ्रिज च किन्ने दिन रखोगे। वैसे जो गर्मी पै रही है, बाहर खाना रखिए सवेर तो शाम तक खराब हो जाता है। फ्रिज च 2 दिन चल जाएगा, 3 दिन चल जाएगा, आखिर उन्होंने उल्ली लग जाती है। खाना ना वरत्या जाए वो साडे वरतन योग नहीं रहिंदा, उल्ली लग जाती है। जिहड़े ज्ञान नूं जीवन दे विच अमली जामा ना पहनाया जाए वो भी हंकारी हो जाता है। अज एक तुसी डॉक्टर नूं कह दो कि भलिया तू सारी उम्र पढ़ी जा, जे डॉक्टर सारी उम्र पढ़ी गया इलाज किहड़े वेले करेगा। एक इंजीनियर सारी उम्र पढ़ी गया, वो किहड़े वेले समाज नूं कुछ नवां बना के देवेगा। एक वकील, एक जज पढ़ी गया, एक अफसर पढ़ी गया, वो किहड़े वेले समाज नूं सेहत देवेगा। एक रूहानीयत ते चलण वाला बाहरी किताबां पढ़ी गया, वो नाम किहड़े वेले जपेगा। ਇਹਦਾ ਭਾਵ ਇਹ ਨਿਕਲਦਾ ਹੈ ਕਿ ਜਦੋਂ ਤੂੰ ਪੜ੍ਹਨਾ ਹੈ ਨਾ, ਜਿੰਨਾ ਵੀ ਪੜ੍ਹਦਾ ਹੈ ਉਹਨੂੰ ਨਾਲ ਦੀ ਨਾਲ ਕਮਾਉਣਾ ਸ਼ੁਰੂ ਕਰ ਦੇ। ਪਿਛਲੇ ਸਮੇਂ 'ਚ ਇਹਦੀ ਵਿਚਾਰ ਚੱਲੀ ਸੀ ਜਦੋਂ ਕਿ ਗੁਰ ਕਾ ਸ਼ਬਦ ਕਮਾਏ। ਮੈਂ ਤਾਈਓ ਬੇਨਤੀ ਕੀਤੀ, ਗੁਰਮੁਖੋ ਇੱਕ ਸ਼ਬਦ ਪੜ੍ਹੋ, ਉਹਨੂੰ ਨਾਲ ਦੀ ਨਾਲ ਕਮਾਉਣ ਦਾ ਯਤਨ ਕਰੋ। ਤੁਸੀਂ ਇਹ ਵੇਖੋ ਗੁਰੂ ਘਰ ਦੇ ਵਿੱਚ ਨਾ ਮਰਿਆਦਾ ਜਿਹੜੀ ਉਹ ਨਿਤਨੇਮ ਦੀ ਹੈ। ਸਿੱਖ ਨੇ ਨਿਤਨੇਮ 5 ਬਾਣੀਆਂ, ਅੰਮ੍ਰਿਤ ਵੇਲੇ, ਸ਼ਾਮ ਨੂੰ ਰਹਿ ਰਾਸਤੇ, ਸੌਣ ਲੱਗਿਆ ਸੋਹਿਲਾ ਸਾਹਿਬ, ਇਹ 7 ਬਾਣੀਆਂ ਦਾ ਜ਼ਰੂਰ ਕਰਨਾ ਹੈ। उस तो बाद साडी रहत मर्यादा कहती है
कि सिख जिहड़ा सहज पाठ आरंभ करे, तो सहज पाठ का कभी दिन मुकर्रर नहीं हुंदा। उन्होंने तुसी 10 दिनों कर लो, महीने च कर लो, साल च कर लो, कई सालों च कर लो, पर मैं दिलों तुहानूं एक गल कहना, रोज़ का एक शब्द कर लो, पोथियां ना लाओ। क्योंकि जिहड़े साडे बच्चे पढ़न वाले जिहड़े PG च रहिंदे ने जां इह घर नहीं किसी वेले इंतजाम हुंदा, अज मोबाइलों साडियां च बहुत कुछ है। मोबाइल दे विच गुरबाणी सर्चर रखो, आई ग्रंथ रखो, गुरबाणी दीयां सटीकां मिल जांदियां ने, PTF फाइलां मोबाइल दे विच रखो, एक शब्द रोज़ दा पढ़ो बस। मैं ज़्यादा नहीं कहंदा, याद रखियो एक शब्द पढ़ो। अपने जीवन का अद्धा क घंटा तुसी गुरु दे लेखे ला दिओ। 24 घंटे ने ना साडे कोल, 8 घंटे असीं सौंने, 8 घंटे साडी क्लास हुंदी है, 8 घंटे जिहड़े साडे होर कंमां कारां दे विच निकल जांदे ने। इन्हां 24 घंटिਆਂ ਦੇ ਵਿੱਚੋਂ ਤੁਸੀਂ ਅੱਧਾ ਘੰਟਾ ਗੁਰੂ ਦੇ ਲੇਖੇ ਲਾ ਦਿਓ। ਇੱਕ ਸ਼ਬਦ ਪੜ੍ਹਦੇ ਜੇ, ਉਹਨੂੰ ਵੱਧ ਤੋਂ ਵੱਧ 1 ਤੋਂ 1.5 ਮਿੰਟ ਲੱਗਦਾ ਹੈ, ज़्यादा ਸਮਾਂ ਨਹੀਂ ਲੱਗੇਗਾ। मैं ਅੱਧਾ ਘੰਟਾ ਬਹੁਤ कहता ਤੁਹਾਨੂੰ, 1 ਤੋਂ 1.5 ਮਿੰਟ ਲੱਗੇਗਾ। ਜੇ ਕਿਸੇ ਨੂੰ ਪੰਜਾਬੀ ਦੇ ਵਿੱਚ ਥੋੜੀ ਜਿਹੀ ਮੁਸ਼ਕਲ ਹੈ, ਕਿਉਂਕਿ ਅੱਜ ਇਹ ਵੀ ਬੜੀ ਤਗੜੀ ਸਮੱਸਿਆ ਹੈ, ਅਸੀਂ ਅੰਗਰੇਜ਼ੀ ਇੰਨੀ ਕੁ ਪੜ੍ਹ ਕੇ ਸਾਨੂੰ ਪੰਜਾਬੀ ਨਹੀਂ ਪੜ੍ਹੀ ਜਾਂਦੀ। ਜੇ ਪੰਜਾਬੀ ਦੇ ਵਿੱਚ ਸਮੱਸਿਆ, ਉਹਨੂੰ 2 ਮਿੰਟ ਇੱਕ ਸ਼ਬਦ ਨੂੰ ਲੱਗਦੇ ਨੇ, 2 ਤੋਂ ਬਹੁਤਾ ਸਮਾਂ ਨਹੀਂ ਲੱਗੇ। ਉਹਨੂੰ 2 ਮਿੰਟ ਪੜ੍ਹੋ, ਉਸ ਤੋਂ ਬਾਅਦ ਉਹਦੇ ਅਰਥ ਪੜ੍ਹੋ। ਇਹ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਕਿਹਾ ਕੀ ਹੈ। ਅਰਥ ਪੜ੍ਹਨ ਤੋਂ ਬਾਅਦ ਮੈਂ ਉਸ ਦਿਨ ਵੀ ਕਿਹਾ ਸੀ, ਇੱਕ ਨੋਟਬੁੱਕ ਆਪਣੇ ਕੋਲ ਜ਼ਰੂਰ ਰੱਖੋ। ਜਦੋਂ ਅਸੀਂ ਛੋਟੇ ਹੁੰਦੇ ਸਾਂ ਨਾ, ਤੇ ਛੋਟੇ ਹੁੰਦਿਆਂ ਕਿਤਾਬਾਂ ਦੇ ਵਿੱਚ ਲਿਖਿਆ ਜਾਂਦਾ ਹੁੰਦਾ ਸੀ ਕਿ ਆਹ ਤੁਸੀਂ ਕਹਾਣੀ ਪੜ੍ਹੀ ਹੈ, ਇਸ ਕਹਾਣੀ ਦਾ ਸਾਰ ਆਪਣੇ ਸ਼ਬਦਾਂ 'ਚ ਲਿਖੋ। ਆਪਣੇ ਸ਼ਬਦਾਂ ਦਾ ਕੀ ਭਾਵ ਹੈ? ਸਾਨੂੰ ਆਦਤਾਂ ਪਈਆਂ ਸੀ, ਅਸੀਂ ਗਾਈਡ ਲਈ, ਉਹ ਤੋਂ ਕਾਪੀ ਮਾਰੀ ਤੇ ਨਾਲ ਹੀ ਜਿਹੜਾ ਸੀ ਰੱਖਦਾ, ਅੱਗੇ ਰੱਖਦਾ ਟੀਚਰ ਦੇ। ਆਪਣੇ ਸ਼ਬਦਾਂ ਦਾ ਭਾਵ ਹੈ ਜੋ ਤੂੰ ਪੜ੍ਹਿਆ ਤੈਨੂੰ ਕੀ ਸਮਝ ਲੱਗੀ ਹੈ, ਤੂੰ ਇਹ ਦੱਸ। ਜੋ ਤੈਨੂੰ ਨਹੀਂ ਸਮਝ ਲੱਗੀ ਉਹ ਤੈਨੂੰ ਟੀਚਰ ਦੱਸੇਗਾ। ਪਰ ਟੀਚਰ ਵੀ ਮੱਖੀ ਤੇ ਮੱਖੀ ਮਾਰੀ ਜਾਂਦੇ। ਪਤਾ ਵੇਖਿਆ ਬੱਚੇ ਨੇ MBD ਤੋਂ ਲਿਖਿਆ ਸਹੀ ਮਾਰ ਕੇ ਸਾਈਨ ਕਰਕੇ ਵਿਹਲੇ। ਨਾ ਟੀਚਰ ਮਿਹਨਤ ਕਰਦਾ ਸੀ, ਨਾ ਬੱਚੇ ਮਿਹਨਤ ਕਰਦੇ। ਇਹ ਕੌੜਾ ਸੱਚ ਹੈ, ਅਸੀਂ ਵੀ ਲਿਖਦੇ ਰਹੇ ਹਾਂ। ਪਰ ਯਾਦ ਰੱਖਿਓ, ਗੁਰੂ ਦਾ ਸ਼ਬਦ ਪੜ੍ਹੋ। ਸ਼ਬਦ ਪੜ੍ਹ ਕੇ ਉਹਨੂੰ ਸਮਝ, ਕੀ ਤੈਨੂੰ ਸਮਝ ਲੱਗੀ ਹੈ। ਸਮਝਣ ਤੋਂ ਬਾਅਦ ਆਪਣੇ ਸ਼ਬਦਾਂ ਦੇ ਨਾਲ ਲਿਖ। ਜਦੋਂ ਤੂੰ ਲਿਖੇਗਾ ਇਹ 'ਚ 2 ਚੀਜ਼ਾਂ ਮਿਲਣਗੀਆਂ। ਇੱਕ ਲਿਖਦਿਆਂ ਲਿਖ ਲਿਆ ਪਰਮਾਤਮਾ ਲਈ ਪ੍ਰੇਮ ਪੈਦਾ ਹੋਵੇਗਾ, ਇੱਕ ਲਿਖਦਿਆਂ ਲਿਖਦਿਆਂ ਤੇਰੀ ਸੁਰਤ ਪਰਮਾਤਮਾ ਦੇ ਨਾਲ ਜੁੜ ਜਾਵੇਗੀ। ਅਸੀਂ ਦੁਨਿਆਵੀ ਤੌਰ 'ਤੇ ਕਈ ਕੋਈ ਚੀਜ਼ਾਂ ਲਿਖਦੇ ਨੇ, ਕਈਆਂ ਨੂੰ ਸ਼ਾਇਰੀ ਜਿਹੜਾ ਉਹ ਕਵਿਤਾ ਲਿਖਣ ਦਾ, ਸ਼ਾਇਰੀ ਕਰਨ ਦਾ ਜਿਹੜੀ ਹੁੰਦੀ ਆਦਤ ਹੁੰਦੀ ਹੈ, ਬੜੀ ਵਧੀਆ ਸ਼ਾਇਰੀ ਕਰਦੇ ਨੇ ਕਈ। ਹੁਣ ਜਿਹੜਾ ਕਵਿਤਾ ਰਚਦਾ, ਉਹ ਰਚਦਾ ਕਵਿਤਾ ਦੇ ਵਿੱਚ ਮਗਨ ਹੋ ਜਾਂਦਾ ਹੈ। ਤੂੰ ਗੁਰੂ ਦੀ ਬਾਣੀ ਪੜ੍ਹ, ਉਹਨੂੰ ਸਮਝਦੇ ਇੱਕ ਦਿਨ ਸ਼ਬਦ ਦੇ ਵਿੱਚ ਮਗਨ ਹੋ ਜਾਏਗਾ। ਆਹ ਇਹ ਸ਼ਬਦ ਨੂੰ ਕਮਾਉਣਾ। ਹੁਣ ਸਤਿਗੁਰੂ ਇੱਥੇ ਸਮਝਾ ਰਹੇ ਨੇ, ਮੈਂ ਇਹ ਤਾਂ ਨੌਲੇਜ ਤੁਹਾਡੇ ਸਾਹਮਣੇ ਰੱਖ ਦਿੱਤਾ। ਸਤਿਗੁਰੂ ਕਹਿੰਦੇ ਪੜ੍ਹੀਏ ਜੇਤੇ ਬਰਸ ਦੇ, ਸਾਲਾਂ ਦੇ ਸਾਲ ਪੜ੍ਹੀ ਗਿਆ ਤੂੰ। ਅੱਜ ਪੜ੍ਹੀ ਜਾ ਰਹੀ ਹੈ ਬਾਣੀ, ਲੜੀਆਂ ਦੀਆਂ ਲੜੀਆਂ, ਖੰਡ ਪਾਠਾਂ ਦੀਆਂ ਚਲਾਈਆਂ ਜਾ ਰਹੀਆਂ ਨੇ, ਪੱਲੇ ਕੁਛ ਨਹੀਂ ਪੈ ਰਿਹਾ। ਮੈਨੂੰ ਮਾफ़ ਕਰਨਾ, ਕੀ ਪੜ੍ਹਿਆ ਗਿਆ ਹੈ ਇੱਥੇ। ਚਲੋ ਜੇ ਮੇਰੀ ਗੱਲ ਕੌੜੀ ਲੱਗੇ, ਤੁਸੀਂ ਇੱਕ ਤਜਰਬਾ ਕਰ ਲਿਓ। ਅਸੀਂ ਨਿਤਨੇਮ ਕਰਦੇ ਹਾਂ, ਨਹੀਂ ਕਰਦੇ ਤਾਂ ਗੁਰੂ ਘਰ ਆਣ ਕੇ ਸੁਣਦੇ ਆ। ਕੀ ਸਾਨੂੰ ਉਹਦੀ ਨੌਲੇਜ ਹੈ, ਗਿਆਨ ਹੈ ਕਿ ਸਤਿਗੁਰਾਂ ਨੇ ਕੀ ਕਿਹਾ ਇਸ ਸ਼ਬਦ ਦੇ ਵਿੱਚ? ਨਹੀਂ ਪਤਾ ਲੱਗਦਾ। ਜਿੰਨਾ ਚਿਰ ਖੁਦ ਨਹੀਂ ਨਾ ਪੜ੍ਹੋਗੇ, ਖੁਦ ਉਹਦੇ ਅਰਥ ਨਹੀਂ ਸਮਝੋਗੇ, ਤੁਹਾਨੂੰ ਸਮਝ ਨਹੀਂ ਲੱਗਣੀ। ਸਤਿਗੁਰੂ ਕਹਿੰਦੇ ਪੜ੍ਹੀ ਜਾ। ਕਿੰਨਾ ਚਿਰ ਪੜ੍ਹੀ ਜਾਏਗਾ? ਪੜ੍ਹੀਏ ਜੇਤੇ ਬਰਸ, ਸਾਲਾਂ ਦੇ ਸਾਲ ਪੜ੍ਹੀ ਜਾ। ਪੜ੍ਹੀਏ ਜੇਤੇ ਮਾਸ ਦਾ ਅਰਥ ਹੈ ਮਹੀਨੇ, ਸਾਲ 'ਚ 12 ਮਹੀਨੇ, 12 ਮਹੀਨੇ ਦੇ 12 ਮਹੀਨੇ ਪਾਠ ਕਰੀ ਜਾ। ਸਾਡੇ ਇਹੋ ਜਿਹੇ ਵੀ ਕਈ ਗੁਰਮੁਖ ਨੇ ਜਿਹੜੇ ਕੇਵਲ ਤੇ ਕੇਵਲ ਪੜ੍ਹੀ ਜਾਂਦੇ ਨੇ। ਮੈਨੂੰ ਮਾफ़ ਕਰਨਾ, ਤਰਕ ਕੋਈ ਨਹੀਂ, ਬਾਣੀ ਰੱਜ ਕੇ ਸਿੱਖ ਪੜ੍ਹੇ, ਪਰ ਜੇ ਪੱਲੇ ਕੁਝ ਨਹੀਂ ਪਿਆ ਤੇ ਸਤਿਗੁਰੂ ਅੱਗੇ ਕਹਿੰਦੇ ਨੇ ਪੜ੍ਹੀਏ ਜੇਤੀ ਆਰਜਸ। ਜਿੰਨੀ ਉਮਰ ਸੀ ਸਾਰੀ ਪੜ੍ਹਦਿਆਂ ਹੀ ਲੰਘ ਦਿੱਤੀ। ਜਿੰਨਾ ਟਾਈਮ ਮਿਲਦਾ ਸੀ ਜੱਪੀ ਗਿਆ, ਬਾਣੀ ਪੜ੍ਹੀ ਗਿਆ। ਬੜੀ ਚੰਗੀ ਗੱਲ ਹੈ ਪੜ੍ਹਨਾ, ਮੈਂ ਮਾੜਾ ਨਹੀਂ ਕਹਿ ਰਿਹਾ। ਪਰ ਗੁਰਮੁਖੋ, ਜੇ ਉਹਦੇ ਵਿੱਚੋਂ ਤੁਸੀਂ ਜਿਹੜਾ ਉਹ ਤੱਤ ਨਹੀਂ ਕੱਢਦੇ ਤੇ ਸਤਿਗੁਰੂ ਕਹਿਣ ਲੱਗੇ ਉਹ ਲੇਖੇ ਦੇ ਵਿੱਚ ਨਹੀਂ ਪੈਣਾ। ਜੇ ਇਕੱਲਾ ਬਾਣੀ ਪੜ੍ਹਨ ਦੇ ਨਾਲ ਰੱਬ ਮਿਲਦਾ, ਮੈਨੂੰ ਮਾफ़ ਕਰਿਓ, ਸ਼ਬਦ ਥੋੜ੍ਹੇ ਜਿਹੇ ਤਿੱਖੇ ਨੇ। ਤੁਹਾਡੇ ਤੋਂ ਕਈ ਗੁਣਾ ਵੱਧ ਬਾਣੀ ਪਾਠੀ ਸਿੰਘ ਪੜ੍ਹਦੇ ਨੇ। ਇੱਕ ਪਾਠੀ 2 ਘੰਟਿਆਂ ਦੇ ਵਿੱਚ 60 ਅੰਗ ਗੁਰੂ ਗ੍ਰੰਥ ਸਾਹਿਬ ਦੇ ਕਰਦਾ ਹੈ, ਤੇ 2 ਮਿੰਟ ਦਾ ਇੱਕ ਅੰਗ ਬਣ ਜਾਂਦਾ ਹੈ। 2 ਅੰਗ ਜਿਹੜੇ ਇਹ 60 ਅੰਗ ਇੱਕ ਕਰਦਾ ਇੱਕ ਡਿਊਟੀ ਦੇ ਵਿੱਚ। ਇੱਕ ਪਾਠ ਦੇ ਵਿੱਚ 4 ਡਿਊਟੀਆਂ ਲੱਗਦੀਆਂ ਨੇ। 6 ਚੌਕਾ 24, 240 ਅੰਗ ਇੱਕ ਪਾਠੀ ਕਰ ਜਾਂਦਾ ਹੈ। ਹਫ਼ਤੇ ਦੇ ਵਿੱਚ ਤਕਰੀਬਨ ਉਹ ਕਈ ਵਾਰੀ ਪੂਰੇ ਦਾ ਪੂਰਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਜਾਂਦਾ ਹੈ। ਜੇ ਇਕੱਲਾ ਪੜ੍ਹਨ ਦੇ ਨਾਲ ਰੱਬ ਮਿਲਦਾ ਹੁੰਦਾ ਤਾਂ ਸਾਰੇ ਪਾਠੀ ਹੁਣ ਨੂੰ ਬ੍ਰਹਮ ਗਿਆਨੀ ਹੁੰਦੇ। ਅੱਜ ਪੜ੍ਹ ਇੱਕ ਗ੍ਰੰਥੀ, ਇੱਕ ਪਾਠੀ, ਇੱਕ ਕਥਾ ਵਾਲਾ, ਇੱਕ ਕੀਰਤਨ ਵਾਲਾ ਅੰਦਰੋਂ ਖਿਜਿਆ ਪਿਆ ਹੈ। ਕਿਉਂ? ਬਾਣੀ ਨਹੀਂ ਪੜ੍ਹਦੇ। ਪੜ੍ਹੀ ਹੈ, ਕਮਾਈ ਕੋਈ ਨਹੀਂ। ਸਤਿਗੁਰੂ ਕਹਿੰਦੇ ਪੜ੍ਹੀ ਜਾ, ਸਾਲਾਂ ਦੇ ਸਾਲ ਪੜ੍ਹੀ ਜਾ। ਦਾੜੀਆਂ ਚਿੱਟੀਆਂ ਹੋ ਗਈਆਂ, ਧੌਲੇ ਆ ਗਏ, ਮੂੰਹ 'ਚੋਂ ਪੜ੍ਹਦਿਆਂ ਦੰਦ ਨਿਕਲ ਗਏ,
पर माफ़ करना पल्ले कुछ नहीं पिया। मैं समाप्ति वाल आवां कह लगे पढ़िए जेती आर जा सारी उम्र पढ़ी गया पढ़िए जेते सास जिन्ने सवास लए सारे सवासां दे नाल। इत्थे चलो बाहरी नॉलेज की गल मैं बाणी दे नाल भी जोड़ दिता क्योंकि असी गल रूहानीयत की करनी है। पढ़िए जेते सास सारे सवास दे सवास पढ़ी गया नानक। समाप्ति सतगुरु कह लगे हे भाई लेखै एक गल, लेखे 'च एक गल लगनी सी वो सी परमात्मा का नाम। तू सारी उम्र पढ़ता रहा किते बैठ के 2 मिनट उहदा नाम ना जपिया। नानक लेखै एक गल। एक डॉक्टर चंगी गल सी वो MBBS करके चंगी डिग्री हासिल करके तो लोगों का इलाज करदा पर उहदा पढ़िया तां सकारत सी किसी कोई गरीब आउंदा कोई माड़ा आउंदा उन्होंने अपने कोलों दवाई दे के उहदा इलाज कर देंदा। पर अज तुसी देख लो कोई डॉक्टर है कोई भी पेशा है ना कोई लिहाज नहीं जे करदा। सच्ची गल है कोई बिल्कुल क्लीयर गल। कई लोग कहिंदे ने सानू मिलते हैं बाबा जी किते लोड़ पई कोई भी महकमा होवे ना किते लोड़ पई तो सानू याद करियो। मैं मूँह ते कह देना ना भाई जिदन लोड़ पई तुसीं काम नहीं आउणा। नहीं कोई काम आउंदा जिहदी नॉलेज है वो जिदन काम पैंदा अगला हुण तुहाडे कोल पैसे नहीं लै सकदा उन्हें घुमा के दूजे बंदे को भेज देना भी वो पैसे ले लेगा मैं तो लै नहीं सकदा बाबे कोलों। इस करके सतगुरु कहने लेखिया एक गल वो एक गल सी अंदर इंसानियत दी। तू नहीं धर्म नूं मानदा ना मन इंसानियत नूं ते मानदा है ना। तेरा नॉलेज चंगी सी तेरे अंदर इंसानियत आ जाती। जे तू धर्मी है तेरा पढ़िया तां सकारत सी जे अंदरों एक गल सीख के एक सिमरन दे नाल जुड़ के परमात्मा एक अकाल पुरख दे नाल जुड़ जाता। पर अज पढ़िया तो इन्ना गया मनुख पढ़ के बहस दे विच पै के जिथे धर्म दे नाल जोड़ना सी उत्थे लोकां नूं तोड़ना शुरू कर दिता। नानक लेखिया एक गल होर हौमै जिथे ते अंदर सिमरन पैदा नहीं होया जिहड़ा अंदर रब दे नाल नहीं जुड़ सकिया भावें बाहरी नॉलेज सी भावें अध्यात्मक नॉलेज सी कह लगे उन्हें हौमे वधाई तो जो हौमे आ गई झखना झाख कहिंदे सारी दी सारी उम्र ही बर्बाद कर दी पल्ले कख नहीं पिया। सारा केवल तो केवल थकावट हो गई रह गई। सच्ची गल हरेक चीज़ की थकावट है। तुसीं पढ़ी जाओ जो पढ़िया साडा सफल नहीं हुंदा ना तो बच्चे कह देते मैं तो पढ़ के थक गया बनिया कुछ नहीं। भलिया जे तू पढ़ के थक गया बनिया कुछ नहीं तू इन्नी बाणी पढ़दा जे नाम नहीं जप सकिया गुरु दे नाल जुड़िया नहीं तो तां भी बनिया कुछ नहीं। सतगुरु कह लगे नानक लेखै एक गल होर हौमै चखना झाख। बाकी केवल तो केवल हौमे च पै के झख मारनी है जे अंदर सिमरन नहीं जे अंदर परमात्मा का नाम नहीं। सो इस पावन श्लोक की विचार समुच्चा तत्त भाव यह है जिन्ना भी तेरा पढ़िया है वो तां फलीभूत तां लाहे दे विच है जे तू एक परमात्मा दे नाल जुड़दा है सिमरन दे नाल जुड़दा है। सिमरन तो टुट के केवल तो केवल सारी उम्र की झख मारनी है। मनुख पढ़ के किवें विचारा खिंचदा है ये पढ़न दे नाल किवें जीवन नूं दुखी करदा है नाम तो बिना। ये आपां कल दे श्लोक दे विच पढ़ांगे कि लिख पढ़िया तेता कड़िया बहु तीर्थ भविया तेतो लविया। ये बारे सतगुरु की बचन करते हैं ये कल सांझे किए जाएंगे। इन्नियां बेनतियां प्रवान होईयां भुलां गलतियां दी खिमा। आओ पावन पंक्तियां दा जाप सरवण करके समाप्ति करिए। पढ़िए जेती आर जा पढ़िए जेते सास नानक लेखै एक गल होर हौमै चखना झाख। वाहिगुरु जी का खालसा वाहिगुरु जी